ਸਾਡੀ ਪੈੜੀ 'ਚ ਬਗਾਨਾ ਪਰ ਪੈ ਗਿਆ ਦਿੱਲੀਏ, ਅਸੀਂ ਵੱਢਾਂਗੇ। ਕਿਸੇ ਨਹੀਂ ਪਿਓ ਦੀ ਜਗੀਰ ਵੱਟਾਂ ਸਾਡੀਆਂ, ਅਸੀਂ ਵੱਢਾਂਗੇ। ਕੀ ਕਹਿਣ ਲੱਗੀ ਸੀ ਵੀ ਖੇਤੀ ਦੇ ਵਿੱਚ ਕੁਝ ਰੱਖਿਆ ਨਹੀਂ ਹੈਗਾ। ਮੈਨੂੰ ਇਹ ਦੱਸੋ ਵੀ ਤੁਹਾਨੂੰ ਲੱਗਦਾ ਵੀ ਖੇਤੀ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ? ਆ ਦੇਖੋ ਖੇਤੀ ਹੈ, ਹਿੰਦੁਸਤਾਨ ਦੀ ਡੈਫੀਨੇਸ਼ਨ ਕੀ ਹੈ? ਯੂਨਿਟੀ ਇਨ ਡਾਇਵਰਸਿਟੀ। ਦਿਸ ਇਜ਼ ਆਲ ਖੇਤੀ। ਇਪਟਾ ਦੇ ਪ੍ਰੈਜ਼ੀਡੈਂਟ ਰਹੇ ਨੇ ਤੇਰਾ ਸਿੰਘ ਚੰਨ, ਉਹਨਾਂ ਦਾ ਪਰਿਵਾਰ ਹੈ। ਕਹਿੰਦਾ ਜੇ ਮੈਂ ਨਾ ਜਾਂਦਾ ਨਾ ਉੱਥੇ ਤਾਂ ਮੈਂ ਕੁਝ ਦੇਖਣਾ ਨਹੀਂ ਸੀ ਦੁਨੀਆ। ਛੱਡ ਕੇ ਖੇਤੀ ਕਰ ਰਹੇ ਆ, ਜ਼ਮੀਨ ਪਿੱਛੇ ਤਾਂ ਜੱਟ ਉੱਥੋਂ ਇੱਥੇ ਆ ਗਿਆ। ਆ ਦਿੱਲੀ ਦਾ ਕੁਝ ਵੀ ਨਹੀਂ ਹੈ ਸਾਡੇ ਲਈ। ਜੋ ਮੈਂ ਇੱਥੇ ਦੇਖਿਆ ਇਹ ਲਾ ਮਿਸਾਲ ਹੈ। ਜਿੱਦਾਂ ਲੋਕ ਲੰਗਰ ਲਾ ਰਹੇ ਨੇ, ਝੰਡਿਆਂ ਦੇ ਲੰਗਰ ਨੇ, ਬਦਾਮਾਂ ਦੇ ਲੰਗਰ ਨੇ, ਜਲੇਬੀਆਂ ਦੇ ਲੰਗਰ ਨੇ, ਕੌਫੀ ਦਾ ਲੰਗਰ ਹੈ, ਕੌਫੀ ਵਿੱਚ ਦੇਸੀ ਘੀ ਪਾ ਕੇ ਦੇ ਰਹੇ ਨੇ, ਕੰਬਲ ਵੰਡ ਰਹੇ ਨੇ। ਯਾਨੀ ਇਹ ਕੋਈ ਕਦੀ ਸੋਚਿਆ ਹੀ ਨਹੀਂ ਸੀ। ਇਹ ਜੀ ਅਸੀਂ ਤਾਂ ਹਰਿਆਣਾ ਮੰਗਿਆ ਨਹੀਂ ਸੀ, ਅਸੀਂ ਤਾਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਸੀ, ਤੁਸੀਂ ਤਾਂ ਸਾਡੇ ਵੱਡੇ ਭਰਾ ਹੋ। ਜਿਹੜੀ ਮੈਨੂੰ ਲੱਗਦੀ ਹੈ ਗੱਲ, ਇਹ ਲੰਬਾ ਘੋਲ ਹੈ, 7-8 ਮਹੀਨੇ ਚੱਲੇਗਾ। ਇੱਦਾਂ ਦਾ ਘੋਲ ਅੱਜ ਨਹੀਂ, 1917 ਵਿੱਚ ਵੀ ਹੋ ਚੁੱਕਿਆ। ਲੋਕਲ ਬੰਦੇ ਹਰਿਆਣੇ ਵਾਲੇ ਇੰਨੀ ਸੇਵਾ ਕਰ ਰਹੇ ਨੇ, ਇੰਨਾ ਸਾਥ ਦੇ ਰਹੇ ਨੇ, ਪਹਿਲੀ ਵਾਰ ਦੇਖਿਆ 1966 ਤੋਂ ਬਾਅਦ। ਲੇਕਿਨ ਟਾਲਣ ਵਾਲੇ ਪੰਜਾਬੀ ਵੀ ਨਹੀਂ, ਹਰਿਆਣਵੀ ਵੀ ਨਹੀਂ, ਹਿਮਾਚਲੀ ਵੀ ਨਹੀਂ। ਇਹ ਜਿਹੜਾ ਇੱਥੇ ਦਿੱਲੀ ਤੋਂ ਉੱਪਰ ਵਾਲਾ ਪਾਸਾ ਹੈ, ਉਹਨੇ ਚੋਂ ਟਾਲਣ ਵਾਲਾ ਕੋਈ ਨਹੀਂ। ਹੁਣ ਹਰਿਆਣਾ ਸਾਡੇ ਨਾਲ ਰਲ ਗਿਆ। ਇਹ ਕੋਲ ਫਰਕ ਕਰੋ ਐਨੀਵੇ, ਨਾ ਕਾਮਯਾਬ ਰਹਿ ਗਿਆ ਜਾਂ ਕਾਮ ਰਹਿ ਗਿਆ। ਇਹਦਾ ਜਿਹੜੇ ਫੁੱਟਪ੍ਰਿੰਟਸ ਨੇ ਇਹ ਅਜੇ 20-50 ਸਾਲ ਚੱਲਣਗੇ। ਹੁਣ ਨੌਜਵਾਨ ਜਾਗ ਪਏ ਨੇ ਨਾਲ। If an average person does a protest, he breaks the law of the country. But if the farmer protests, he not only breaks the law of the country, he breaks the backbone of the country too. And this is what we've done today. हैं और भी दुनिया में सुखनवर बहुत अच्छे, लेकिन कहते हैं कि गालिब का है अंदाज़ बयां। और सत श्री अकाल दोस्तों, तुसी वेख रहे हैं निरपक्ष पोस्ट। मैं मनदीप सिंह। और लेखक बहुत सारे ने, पर गुलजार साहब का है अंदाज़ बयां कुछ और। मेरे नाल बहुत सत्कारयोग ਗੁਲਜ਼ਾਰ ਸਿੰਘ ਸੰਧੂ ਸਾਹਿਬ ਇਸ ਵਕਤ ਮੌਜੂਦ ਨੇ, ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਅਖਬਾਰਾਂ ਦੇ ਕਾਲਮਾਂ ਦੇ ਵਿੱਚ ਪੜ੍ਹਦੇ ਰਹਿੰਦੇ ਆ। ਬਹੁਤ ਲੰਮਾ ਇਹਨਾਂ ਦਾ ਸੰਘਰਸ਼ ਰਿਹਾ ਹੈ ਔਰ ਐਕਸਪੀਰੀਅੰਸ ਬਹੁਤ ਲੰਮਾ ਹੈਗਾ। ਖਜ਼ਾਨਾ ਨਹੀਂ, ਮੈਂ ਤਾਂ ਕਹਾਂਗਾ ਕਿ ਇਹੋ ਜਿਹੀ ਸ਼ਖਸੀਅਤਾਂ ਮੇਰੇ ਲਈ ਖਜ਼ਾਨਾ ਹੁੰਦੀਆਂ ਨੇ। ਔਰ ਮੇਰੀ ਖੁਸ਼ਨਸੀਬੀ ਹੈ ਕਿ ਅੱਜ ਮੈਂ ਇਹਨਾਂ ਦੇ ਨਾਲ ਖੜਿਆ ਔਰ ਇਹਨਾਂ ਦੇ ਨਾਲ ਗੱਲਬਾਤ ਕਰ ਰਿਹਾ। ਦੋਸਤੋ, ਇਸ ਵਕਤ ਅਸੀਂ ਦਿੱਲੀ ਦੇ ਬਾਰਡਰ ਦੇ ਉੱਤੇ ਮੌਜੂਦ ਹਾਂ, ਕੁੰਡਲੀ ਬਾਰਡਰ ਦੇ ਉੱਤੇ, ਜਿੱਥੇ ਹਰ ਇੱਕ ਉਹ ਇਨਸਾਨ ਜੋ ਦਿਲ ਦੇ ਵਿੱਚ ਜਜ਼ਬਾਤ ਰੱਖਦਾ ਹੋਵੇ ਉਹ ਪਹੁੰਚਿਆ ਹੋਇਆ। ਔਰ ਕਹਿੰਦੇ ਨੇ ਕਿ ਜਿਹੜੇ ਕਲਾ ਦੇ ਨਾਲ ਜੁੜੇ ਹੁੰਦੇ ਨੇ ਲੇਖਕ, ਖਾਸ ਤੌਰ ਦੇ ਉੱਤੇ, ਉਹਨਾਂ ਦਾ ਤਾਂ ਦਿਲ ਹੀ ਬੜਾ ਨਰਮ ਹੁੰਦਾ ਹੈ। ਉਹਨਾਂ ਦੇ ਆਪਣੇ ਵੱਖਰਾ ਅੰਦਾਜ਼ ਹੁੰਦਾ ਹੈ ਔਰ ਆਪਣੇ ਜਜ਼ਬਾਤ ਹੁੰਦੇ ਨੇ। ਹੋ ਸਕਦਾ ਹੈ ਅਸੀਂ ਕਿਸੇ ਤਸਵੀਰ ਨੂੰ ਇੱਕ ਅਲੱਗ ਨਜ਼ਰੀਏ ਦੇ ਨਾਲ ਵੇਖੀਏ, ਪਰ ਇੱਕ ਲੇਖਕ ਦੀ ਨਜ਼ਰ ਦੇ ਵਿੱਚ ਉਹ ਬਹੁਤ ਕੁਝ ਬਿਆਨ ਕਰ ਰਹੀ ਹੁੰਦੀ ਹੈ। ਗੁਲਜ਼ਾਰ ਸਾਹਿਬ ਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ। ਗੁਲਜ਼ਾਰ ਸਾਹਿਬ, ਜਿਵੇਂ ਮੈਂ ਦੱਸਿਆ ਹੈਗਾ ਕਿ ਕਲਾਕਾਰਾਂ ਦਾ ਇੱਕ ਅਲੱਗ, ਇੱਕ ਤਾਂ ਉਹਨਾਂ ਦਾ ਦਿਲ ਬੜਾ ਕੋਮਲ ਹੁੰਦਾ ਅਤੇ ਮੱਤ ਬੜੀ ਤੀਕਸ਼ਣ ਹੁੰਦੀ ਹੈ। ਉਹ ਤਸਵੀਰ ਬੜੀ ਹੋਰ ਤਰੀਕੇ ਨਾਲ ਵੇਖ ਰਿਹਾ ਹੁੰਦਾ ਹੈ ਜੀ। ਸੋ ਇਹ ਜਿਹੜਾ ਵਰਤਾਰਾ ਵਾਪਰਿਆ ਜੀ, ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਹੈ, ਤੁਹਾਡੀ ਨਜ਼ਰ ਵਿੱਚ ਕੀ ਹੋ ਰਿਹਾ? ਮੈਂ ਤਾਂ ਜੀ ਆਪਣੇ ਤੇਰਾ ਸਿੰਘ ਚੰਨ ਹੈ ਨਾ, ਉਹਨਾਂ ਦਾ ਬੇਟਾ ਸਭ ਤੋਂ ਪਹਿਲਾਂ ਇੱਥੇ ਹੋ ਕੇ ਗਿਆ। ਉਹਦਾ ਨਾਂ ਹੈ ਦਿਲਦਾਰ, ਅਤੇ ਇਪਟਾ ਦੇ ਪ੍ਰੈਜ਼ੀਡੈਂਟ ਰਹੇ ਨੇ ਤੇਰਾ ਸਿੰਘ ਚੰਨ, ਉਹਨਾਂ ਦਾ ਪਰਿਵਾਰ ਹੈ। ਉਹ ਕਹਿੰਦਾ, ਗੁਲਜ਼ਾਰ ਜੀ ਕਹਿੰਦਾ ਜੇ ਮੈਂ ਨਾ ਜਾਂਦਾ ਨਾ ਉੱਥੇ ਤਾਂ ਮੈਂ ਕੁਝ ਦੇਖਣਾ ਨਹੀਂ ਸੀ ਦੁਨੀਆ 'ਚ। ਉਹ ਤੋਂ ਬਾਅਦ ਫਿਰ ਮੈਂ ਪ੍ਰੋਗਰਾਮ ਬਣਾਉਂਦਾ ਰਿਹਾ। ਮੇਰਾ ਇੱਕ ਭਤੀਜਾ ਪਿੰਡ ਤੋਂ ਹੀ 13 ਬੰਦੇ ਲੈ ਕੇ ਗਿਆ ਅਤੇ ਉੱਥੇ ਇੱਥੇ ਰਾਸ਼ਨ ਪਾਣੀ ਦੇ ਕੇ ਵਾਪਸ ਚਲਾ ਗਿਆ। ਫਿਰ ਮੇਰਾ ਦੂਜਾ ਭਤੀਜਾ ਰਿਚੀ, ਇਹਦਾ ਬੇਟਾ ਉਹਦੇ ਦਾ, ਉਹ ਫਿਰ ਆ ਰਿਹਾ ਸੀ ਇੱਥੇ। ਮੈਂ ਕਿਹਾ ਵੀ ਮੈਨੂੰ ਵੀ ਲੈ ਚੱਲੋਗੇ? ਕਹਿੰਦੇ ਚਾਚਾ ਜੀ ਤੁਹਾਨੂੰ ਵੀ ਲੈ ਚੱਲਾਂਗੇ। ਜੋ ਮੈਂ ਇੱਥੇ ਦੇਖਿਆ ਇਹ ਲਾ ਮਿਸਾਲ ਹੈ। ਜਿੱਦਾਂ ਲੋਕ ਲੰਗਰ ਲਾ ਰਹੇ ਨੇ, ਝੰਡਿਆਂ ਦੇ ਲੰਗਰ ਨੇ, ਬਦਾਮਾਂ ਦੇ ਲੰਗਰ ਨੇ, ਜਲੇਬੀਆਂ ਦੇ ਲੰਗਰ ਨੇ, ਕੌਫੀ ਦਾ ਲੰਗਰ ਹੈ, ਕੌਫੀ ਵਿੱਚ ਦੇਸੀ ਘੀ ਪਾ ਕੇ ਦੇ ਰਹੇ ਨੇ, ਕੰਬਲ ਵੰਡ ਰਹੇ ਨੇ। ਯਾਨੀ ਇਹ ਕੋਈ ਕਦੀ ਸੋਚਿਆ ਹੀ ਨਹੀਂ ਸੀ। ਮੈਂ ਪਰਸੋਂ, ਕਿਉਂਕਿ ਅੱਜ ਆਉਣਾ ਸੀ, ਪਰਸੋਂ ਰਾਤੀ ਮੀਂਹ ਪੈ ਗਿਆ ਅਤੇ ਮੈਂ ਬੜਾ ਉਦਾਸ ਰਿਹਾ। ਮੈਂ ਕਿਹਾ ਵੀ ਜੇ ਮੀਂਹ ਪੈ ਗਿਆ ਤਾਂ ਫਿਰ ਕਿੱਦਾਂ ਜਾਵਾਂਗੇ? ਜਾਂ ਨਹੀਂ ਜਾਣਦਾ ਤਾਂ ਮੈਂ ਦੇਖੀ ਜਾਓ, ਫਿਰ ਕਿਸਾਨਾਂ ਦਾ ਕੀ ਬਣਿਆ ਹੋਊ। ਦੂਜੇ ਦਿਨ ਪਤਾ ਲੱਗਿਆ ਕਿ ਕਿਸਾਨਾਂ ਨੂੰ ਤਾਂ ਇਹਦੇ ਨਾਲ ਫਰਕ ਹੀ ਕੋਈ ਨਹੀਂ ਪੈਂਦਾ। ਉਹ ਆਪਣਾ ਸਾਰਾ ਬੰਦੋਬਸਤ ਕਰਕੇ ਆਏ ਹੋਏ ਨੇ। ਬਹੁਤ ਲਾ ਮਿਸਾਲ ਗੈਦਰਿੰਗ ਹੈ, ਇਹਦਾ ਕੋਈ ਜਵਾਬ ਨਹੀਂ। ਪਰ ਮੈਂ ਆਪਣੀ ਵੱਲੋਂ ਜਿਹੜਾ ਮੈਂ ਐਜ਼ ਰਾਈਟਰ ਸੋਚ ਰਿਹਾ ਜਾਂ ਐਜ਼ ਪੱਤਰਕਾਰ ਸੋਚ ਰਿਹਾ, ਇਹ ਬਹੁਤ ਲੰਬਾ ਘੋਲ ਹੈ। ਕਿਉਂਕਿ ਜਿਹੜੀ ਸਰਕਾਰ ਹੈ ਨਾ ਕੇਂਦਰ ਦੀ, ਉਹ ਵੀ ਕੋਈ ਬਹੁਤ ਹੀ ਤਸੱਲੀ ਬਖਸ਼ ਕਦਮ ਨਹੀਂ ਚੁੱਕਦੀ ਲੱਗਦੀ।
ਉਹ ਜਿਹੜੇ ਵੀ ਪ੍ਰਪੋਜ਼ਲ ਬਣਾ ਕੇ ਲਿਆ ਰਹੀ ਹੈ ਉਹ ਪੁਰਾਣੀਆਂ ਪ੍ਰਪੋਜ਼ਲ ਦੀ ਮਤਲਬ ਦੁਬਾਰਾ ਲਿਖ ਕੇ ਲਿਆਈ ਜਾ ਰਹੀ। 20 ਸਫ਼ੇ ਦਾ ਨੋਟ ਇੱਕ ਦਿਨ ਲਿਖ ਕੇ ਲਿਆਂਦਾ, ਉਹਦੇ 'ਚ ਵੀ ਪੁਰਾਣੀਆਂ ਗੱਲਾਂ ਸੀ। ਲੇਕਿਨ ਸਾਡੇ ਜਿਹੜੇ ਕਿਸਾਨ ਨੇ, ਭਾਵੇਂ ਉਹ ਯੂਪੀ ਦੇ ਨੇ, ਭਾਵੇਂ ਹਰਿਆਣਾ ਦੇ ਨੇ, ਭਾਵੇਂ ਪੰਜਾਬ ਦੇ ਨੇ, ਪੰਜਾਬ ਆਫ ਕੋਰਸ ਮੋਢੀ ਹੋ ਗਿਆ ਬਾਈ ਚਾਂਸ ਕਹਿ ਲਓ, ਜਾਂ ਹੋਣਾ ਹੀ ਸੀ ਇਹਨੇ ਮੋਢੀ, ਸਦਾ ਹੀ ਮੋਢੀ ਰਿਹਾ। ਅਤੇ ਇਸ ਕਰਕੇ ਇਹ ਹੁਣ ਤਾਂ ਹਰਿਆਣੇ ਵਾਲੇ ਭਰਾ ਵੀ ਕਹੀ ਜਾਂਦੇ ਆ ਕਿ ਜੀ ਅਸੀਂ ਤਾਂ ਹਰਿਆਣਾ ਮੰਗਿਆ ਨਹੀਂ ਸੀ, ਅਸੀਂ ਤਾਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਸੀ, ਤੁਸੀਂ ਤਾਂ ਸਾਡੇ ਵੱਡੇ ਭਰਾ ਹੋ। ਜਿਹੜੀ ਮੈਨੂੰ ਲੱਗਦੀ ਹੈ ਗੱਲ, ਇਹ ਲੰਬਾ ਘੋਲ ਆ, 7-8 ਮਹੀਨੇ ਚੱਲੇਗਾ। ਇੱਦਾਂ ਦਾ ਘੋਲ ਅੱਜ ਨਹੀਂ, 1917 ਵਿੱਚ ਵੀ ਹੋ ਚੁੱਕਿਆ। 1917 ਵਿੱਚ ਜਦੋਂ ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਜਦੋਂ ਅੰਗਰੇਜ਼ ਹਾਕਮ ਜਿਹੜੇ ਆ ਨਾ, ਉਹ ਬਣਾਉਣ ਲੱਗੇ ਸੀ ਕਾਨੂੰਨ, ਆਬਾਦਕਾਰੀ ਕਾਨੂੰਨ। ਉਹ ਆਬਾਦਕਾਰੀ ਕਾਨੂੰਨ ਵਿੱਚ ਇੱਦਾਂ ਦੀਆਂ ਸ਼ਰਤਾਂ ਲਾ ਰਹੇ ਸੀ ਵੀ ਜਿਹੜਾ ਛੋਟੇ ਕਿਸਾਨ ਹੈ ਉਹਦੇ ਕੋਲ ਤਾਂ ਜ਼ਮੀਨ ਵਹਿਣੀ ਨਹੀਂ, ਜ਼ਮੀਨ ਵਾਹੁਣਗੇ ਵੱਡੇ ਕਿਸਾਨ ਅਤੇ ਵੱਡਿਆਂ ਨੂੰ ਦੇ ਦਿਓ। ਉਹ ਕਾਨੂੰਨ ਪਾਸ ਵੀ ਕਰ ਦਿੱਤਾ ਸੀ ਜਾਂ ਕਰਨੇ ਵਾਲੇ ਸੀ। ਅਤੇ ਫਿਰ ਜਿਹੜੇ ਹੈ ਜੱਟ ਸਾਡੇ ਪੰਜਾਬ ਦੇ ਕਿਸਾਨ, ਜਿਨ੍ਹਾਂ 'ਚ ਮੁਸਲਮਾਨ ਵੀ ਸ਼ਾਮਿਲ ਸੀ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਬਣ ਗਿਆ, ਸਾਰੇ ਕਿਸਾਨਾਂ ਨੇ ਫਿਰ ਮਿਲ ਕੇ ਕਿਹਾ ਕਿ ਅਸੀਂ ਇਹ ਬਿਲਕੁਲ ਨਹੀਂ ਹੋਣ ਦਿਆਂਗੇ ਕਿ ਤੁਸੀਂ ਜ਼ਮੀਨਾਂ ਸਾਡੀਆਂ ਹੜੱਪ ਕਰ ਜਾਓ। ਉਹ ਫਿਰ ਅੰਗਰੇਜ਼ਾਂ ਨੇ ਕਈ ਕਰਤੂਤਾਂ ਜਿਹੀਆਂ ਕੀਤੀਆਂ, ਕਦੇ ਇੱਧਰ ਨੂੰ, ਕਦੇ ਉੱਧਰ ਨੂੰ, ਕਦੇ ਉੱਧਰ ਨੂੰ। ਇਹ ਫਿਰ ਜਾਂ ਨਵੰਬਰ ਵਿੱਚ ਜਾ ਕੇ, ਉਸੇ ਵੇਲੇ ਮੈਂ ਤੁਹਾਨੂੰ ਇਹ ਵੀ ਯਾਦ ਕਰਾ ਦਿਆਂ, ਉਹ ਜਿਹੜਾ ਗੀਤ ਹੈ ਨਾ ਬਾਂਕੇ ਬਿਹਾਰੀ ਲਾਲ ਦਾ, ਉਹ ਵੀ ਉਸੇ ਘੋਲ ਵੇਲੇ ਲਿਖਿਆ ਗਿਆ ਸੀ। ਜਿੱਦਾਂ ਅੱਜ ਕੱਲ੍ਹ ਗੀਤ ਚੱਲ ਰਹੇ ਨਾ ਕਈ ਤਰ੍ਹਾਂ ਦੇ, ਉਸੇ ਘੋਲ ਵੇਲੇ ਲਿਖਿਆ ਗਿਆ ਸੀ। ਬਾਂਕੇ ਬਿਹਾਰੀ ਲਾਲ ਨੇ ਗਾਇਆ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਲੁੱਟ ਲਿਆ ਤੇਰਾ ਮਾਲ ਜੱਟਾ ਲੁੱਟ ਲਿਆ ਤੇਰਾ ਮਾਲ ਹੋਏ। ਇਹ ਉਸ ਵੇਲੇ ਲਿਖਿਆ ਗਿਆ ਸੀ 1917 ਵਿੱਚ। ਇਹ ਸਬੱਬ ਦੀ ਗੱਲ ਹੈ, ਮੈਨੂੰ ਤਾਂ ਖੈਰ ਚੇਤਾ ਨਹੀਂ ਸੀ। ਜਿਸ ਬਿਟੀਆ ਨੇ ਮੈਨੂੰ ਇਹ ਖਬਰ ਪੜ੍ਹ ਕੇ ਸੁਣਾਈ ਨਾ, ਪੁਰਾਣੀ 1917 ਦੀ, ਉਹ ਕਹਿੰਦੀ ਬੜੇ ਪਾਪਾ ਇਹ ਤਾਂ ਤੁਹਾਡੇ ਜਨਮ ਦਿਨ 'ਤੇ ਸ਼ੁਰੂ ਹੋਇਆ ਸੀ। ਉਹ 22 ਮਾਰਚ ਨੂੰ ਸ਼ੁਰੂ ਹੋਇਆ ਸੀ। 22 ਮਾਰਚ ਮੇਰਾ ਅਸਲੀ ਜਨਮ ਦਿਨ ਹੈ। ਅਤੇ ਉਸ ਘੋਲ ਦੇ ਵਿੱਚ ਫਿਰ ਅਸੀਂ ਸਾਰੇ ਕਿਸਾਨ, ਪੰਜਾਬ ਦੇ ਵੀ, ਹਰਿਆਣਾ ਦੇ ਵੀ, ਹਿਮਾਚਲ ਦੇ ਵੀ, ਅਤੇ ਉਹ ਸਾਰੇ ਕਿਸਾਨਾਂ ਨੇ ਇਕੱਠੇ ਹੋ ਕੇ ਜਦ ਫਿਰ ਡਟ ਕੇ ਪਹਿਰਾ ਦਿੱਤਾ ਤਾਂ ਉਹਨਾਂ ਨੂੰ ਨਵੰਬਰ ਦੇ ਵਿੱਚ ਕਿਸਾਨਾਂ ਦੀ ਗੱਲ ਮੰਨਣੀ ਪਈ। ਮੈਨੂੰ ਹੁਣ ਇਹੀ ਲੱਗਦਾ ਹੈ, ਵੈਸੇ ਮੈਂ ਤਾਂ ਇਹ ਚਾਹਾਂਗਾ, ਪਰ ਪਤਾ ਨਹੀਂ ਕਿਸਾਨਾਂ ਦਾ ਕੀ ਇਹਦੇ ਬਾਰੇ ਐਟੀਟਿਊਡ ਹੈ। ਮੈਂ ਤਾਂ ਚਾਹਾਂਗਾ ਇਹਨਾਂ ਨੂੰ 15-15 ਦਿਨ ਵਾਪਸ ਵੀ ਲਾ ਆਉਣੇ ਚਾਹੀਦੇ ਹੈ, ਕਿਉਂਕਿ ਇਹ ਇੱਕ 2-4 ਦਿਨਾਂ ਵਿੱਚ ਹੱਲ ਹੋਣ ਵਾਲਾ ਮਾਮਲਾ ਨਹੀਂ ਹੈ। ਇਹ ਉਹਨਾਂ ਨੂੰ ਕਹਿਣ ਸਰਕਾਰ ਨੂੰ ਕਿ ਤੁਸੀਂ ਆਪਣੀਆਂ ਤਜਵੀਜ਼ਾਂ ਲਿਖ ਕੇ ਲਿਆਓ। ਜੇ ਤਜਵੀਜ਼ਾਂ ਲਿਖ ਕੇ ਲਿਆਉਂਦੇ ਆ, ਫਿਰ ਇਹ ਕਹਿਣਗੇ ਅਸੀਂ 10 ਦਿਨ ਇਹਨਾਂ ਨੂੰ ਸਟੱਡੀ ਕਰਾਂਗੇ, ਕਰਕੇ ਤੁਹਾਨੂੰ ਜਵਾਬ ਦਿਆਂਗੇ। ਫਿਰ ਜੇ ਇਹਨਾਂ ਨੂੰ ਉਹ ਤਜਵੀਜ਼ਾਂ ਨਹੀਂ ਸੁੱਝਦੀਆਂ, ਨਹੀਂ ਮਤਲਬ ਸੁਖਾਉਂਦੀਆਂ, ਅਤੇ ਇਹ ਉਹਨਾਂ ਨੂੰ ਰਿਜੈਕਟ ਕਰੀ ਜਾਣ। ਇਹ ਕਾਫੀ ਲੰਮਾ ਘੋਲ ਹੈ। ਕਿਸਾਨਾਂ ਨੂੰ ਇਹਦੇ ਵਿੱਚ ਆਪਣੇ ਲਈ ਕੋਈ ਥੋੜ੍ਹੀ ਬਹੁਤ ਤਫਰੀਹ ਦਾ ਰਾਹ ਵੀ ਲੱਭ ਲੈਣਾ ਚਾਹੀਦਾ, ਪਰ ਸਾਡੇ ਕਿਸਾਨ ਜਿਹੜੇ ਆ ਬਹੁਤੇ ਮੰਨਣ ਵਾਲੇ ਨਹੀਂ, ਉਹ ਸ਼ਾਇਦ ਨਾ ਹੀ ਲੱਭਣ। ਜਨੂਨੀ ਜ਼ਿਆਦਾ ਨੇ, ਜਨੂਨੀ ਹੈ ਯਾਰ। ਮੈਂ ਤਾਂ ਇੱਥੇ ਆ ਕੇ ਦੇਖਿਆ ਕੋਈ ਵੀ ਅਡੋਲ ਨਹੀਂ ਹੈਗਾ, ਕੋਈ ਵੀ ਨਹੀਂ ਡੋਲਿਆ ਹੋਇਆ, ਸਾਰੇ ਹੀ ਅਡੋਲ ਨੇ, ਔਰ ਸਾਰੇ ਹੀ ਸੇਵਾ ਕਰ ਰਹੇ ਨੇ, ਸਾਰੇ ਹੀ ਗੀਤ ਗਾ ਰਹੇ ਨੇ, ਸਾਰੇ ਹੀ ਭੰਗੜਾ ਪਾ ਰਹੇ ਨੇ, ਸਾਰੇ ਰਲੇ ਹੋਏ ਨੇ। ਕਿਸਾਨ ਪਹਿਲੀ ਵਾਰ ਦੇਖਿਆ ਕਿ ਲੋਕਲ ਬੰਦੇ ਹਰਿਆਣੇ ਵਾਲੇ ਇੰਨੀ ਸੇਵਾ ਕਰ ਰਹੇ ਨੇ, ਇੰਨਾ ਸਾਥ ਦੇ ਰਹੇ ਨੇ, ਪਹਿਲੀ ਵਾਰ ਦੇਖਿਆ 1966 ਤੋਂ ਬਾਅਦ। ਸਿੰਘ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਹੁਣੇ, ਤੇ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਸੀਗਾ, ਕਹਿੰਦੇ ਹੁੰਦੇ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਤੇ ਹੁਣ ਮੈਨੂੰ ਲੱਗਦਾ ਵੀ ਜਿਹਨੇ ਆਹ ਘੋਲ ਨਹੀਂ ਦੇਖਿਆ ਵੀ ਉਹ ਜੰਮਿਆ ਨਹੀਂ। ਮੈਂ ਤਾਂ ਬਿਲਕੁਲ ਇਹ ਕਹਿਣਾ, ਇਹ ਤਾਂ ਇਹਦੇ ਪਿਤਾ ਜੀ ਦੀ ਮਿਹਰਬਾਨੀ ਹੈ ਕਿ ਮੈਨੂੰ ਲੈ ਆਇਆ, ਕਿਉਂਕਿ ਮੇਰੇ ਤੋਂ ਇੰਨੀ ਵੱਡੀ ਦੂਰ ਵਾਲੀ ਗੱਡੀ, ਹੁਣ ਮੈਂ ਚਲਾਉਂਦਾ ਤਾਂ ਹੈ ਗੱਡੀ, ਮੈਂ ਹੁਣ ਆਲਰੇਡੀ 87 ਦਾ ਹੋ ਗਿਆ, ਚਲਾਉਣਾ ਮੈਂ ਗੱਡੀ, ਪਰ ਮੈਂ ਆਪਣੇ ਪਿੰਡ ਤੱਕ ਤਾਂ ਲੈ ਜਾਣਾ ਕੋਈ 150 ਮੀਲ ਤੱਕ। ਤਾਂ ਇਹ ਵੀ ਇੱਥੇ ਆਉਣਾ ਅਤੇ ਵਾਪਸ ਜਾਣਾ ਮੇਰੇ ਲਈ ਮੁਸ਼ਕਿਲ ਸੀ। ਫਿਰ ਇਹਦਾ ਬੇਟਾ ਇੱਥੇ ਕਿੱਥੇ ਗਿਆ ਰੀਚੀ ਸਿੰਘ ਸਾਹਿਬ? ਮੇਰਾ ਜ਼ਿਹਨ ਦੇ ਵਿੱਚ ਸਵਾਲ ਆ ਰਿਹਾ ਸੀਗਾ ਵੀ ਜਿੱਦਾਂ ਹੁਣ ਸਾਰਾ ਏਕਾ ਹੋ ਗਿਆ ਹੈ ਨਾ ਜੀ, ਅਤੇ ਸਰਕਾਰਾਂ ਵੀ ਇੱਕ ਪਾਸੇ ਜ਼ੋਰ ਲਗਾ ਰਹੀਆਂ ਨੇ, ਪਹਿਲਾਂ ਹਿੰਦੂ ਮੁਸਲਮਾਨ ਵੀ ਹੁੰਦੀ ਰਹੀ ਹੈ, ਔਰ ਤੁਸੀਂ ਵਿਦੇਸ਼ਾਂ ਵਿੱਚ ਵੀ ਜਾਂਦੇ ਰਹੇ ਹੋ, ਪਾਕਿਸਤਾਨ ਦੀ ਵੀ ਤੁਹਾਡੀ ਫੇਰੀ ਰਹਿੰਦੀ ਰਹੀ ਹੈ। ਸੋ ਤੁਸੀਂ ਕਿੱਦਾਂ ਇਸ ਚੀਜ਼ ਨੂੰ ਵੇਖਦੇ ਹੋ ਕਿ ਜਿਹੜਾ ਭਾਈਚਾਰਾ ਇੱਥੇ ਪਣਪਿਆ ਹੈਗਾ ਉਹ ਉੱਭਰ ਕੇ ਆਇਆ ਸਾਹਮਣੇ? ਦੇਖੋ ਜੀ, ਇਹ ਲਾਮਿਸਾਲ ਭਾਈਚਾਰਾ ਹੈ।
ਇਹਦੇ ਵਿੱਚ ਗਰੀਬ ਅਮੀਰ ਮੈਂ ਭਈਆਂ ਦੇ ਨਿਆਣੇ ਇੱਥੇ ਛੋਟੇ ਛੋਟੇ ਨਿਆਣੇ ਜਿਹੜੇ ਆ ਨਾ ਉਹ ਗੀਤ ਗਾਉਂਦੇ ਦੇਖੇ ਨੇ ਮੋਦੀ ਦੇ ਖਿਲਾਫ। ਉਹ ਹੁਣ ਮੈਨੂੰ ਭੁੱਲ ਗਏ ਨੇ ਗੀਤ ਮੈਂ ਲਿਖੇ ਮੇਰੇ ਨਾ ਜ਼ਿਹਨ 'ਚ ਆ ਰਿਹਾ ਸੀਗਾ, ਹੁਣ ਤੁਸੀਂ ਦੱਸ ਰਹੇ ਸੀਗੇ ਤੇ ਮੇਰੇ ਜ਼ਿਹਨ 'ਚ ਆਇਆ ਵੀ ਇੱਕ ਤਾਂ ਹੁੰਦਾ ਬੰਦਾ ਬਹੁਤ ਪੜ੍ਹਿਆ ਲਿਖਿਆ ਹੈ ਨਾ ਜੀ, ਉਹਨੂੰ ਬੜਾ ਗਿਆਨ ਹੁੰਦਾ, ਬੜੀ ਕਿਤਾਬਾਂ ਪੜ੍ਹੀਆਂ ਹੁੰਦੀਆਂ ਉਹਨੇ, ਤੇ ਇੱਕ ਬੰਦਾ ਹੁੰਦਾ ਜਨੂਨੀ ਬੰਦਾ। ਤੁਹਾਡੀ ਨਜ਼ਰ ਦੇ ਵਿੱਚ ਅਹਿਮੀਅਤ ਕਿਹੜਾ ਰੱਖਦਾ, ਮਤਲਬ ਕਿ ਘੋਲ ਜਿੱਤਣ ਵਾਸਤੇ ਕਿਹੜੀ ਚੀਜ਼ ਲਾਜ਼ਮੀ ਹੈ, ਕਿ ਜਨੂਨੀ ਹੋਣਾ ਲਾਜ਼ਮੀ ਹੈਗਾ ਜਾਂ ਗਿਆਨ? ਹਿੰਮਤ ਸੰਧੂ ਦਾ ਗੀਤ ਇੱਕ ਗਾ ਰਹੇ ਸੀ ਬੱਚੇ ਇੱਥੇ, ਹੱਕ ਆਪਣੇ ਲਈ ਧਰਨਿਆਂ ਤੇ ਬਹਿ ਗਿਆ ਦਿੱਲੀਏ ਅਸੀਂ ਵੱਢਾਂਗੇ। ਅਸੀਂ ਮਤਲਬ ਇੱਦਾਂ ਨਹੀਂ, ਸਾਡੀ ਪੈੜੀ 'ਚ ਬਗਾਨਾ ਪਰ ਪੈ ਗਿਆ ਦਿੱਲੀਏ ਅਸੀਂ ਵੱਢਾਂਗੇ, ਕਿਸੇ ਨਹੀਂ ਪਿਓ ਦੀ ਜਗੀਰ ਵੱਟਾਂ ਸਾਡੀਆਂ ਅਸੀਂ ਵੱਢਾਂਗੇ। ਮਤਲਬ ਇਹ ਇੱਦਾਂ ਹੀ ਉਹ ਗੀਤ ਲਿਖਿਆ ਗਿਆ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਅੱਜ ਤੋਂ 100 ਸਾਲ ਪਹਿਲਾਂ। ਮੈਨੂੰ ਲੱਗਦਾ ਗੀਤ ਤੁਹਾਨੂੰ ਬਹੁਤ ਪਸੰਦ ਆਇਆ, ਮੈਂ ਤੁਹਾਡੀ ਗੱਡੀ 'ਚ ਦੇਖ ਰਿਹਾ ਸੀਗਾ, ਮੋਬਾਈਲ 'ਚ ਵੀ ਇਹੀ ਚੱਲ ਰਿਹਾ ਸੀਗਾ ਉੱਥੇ। ਬਹੁਤ ਵਧੀਆ ਗੀਤ ਹੈ। ਨਹੀਂ ਹੋਰ ਵੀ ਮੈਂ ਤਾਂ ਨਿੱਕੇ ਨਿੱਕੇ ਨਿਆਣੇ ਜਿਹੜੇ ਆ ਇੱਥੇ ਦੇ ਹਰਿਆਣਾ ਦੇ ਨਿਆਣੇ ਨੇ ਉਹ ਬਹੁਤ ਵਧੀਆ ਗੀਤ ਗਾ ਰਹੇ ਸੀਗੇ। ਹਾਂ ਸਰ ਮੇਰੇ ਨਾਲ ਜ਼ਿਹਨ 'ਚ ਆ ਰਿਹਾ ਸੀਗਾ, ਇਹ ਜ਼ਰੂਰ ਤੁਸੀਂ ਦੱਸੋ ਤੁਹਾਡੀ ਨਜ਼ਰ ਦੇ ਵਿੱਚ ਘੋਲ ਜਿੱਤਣ ਵਾਸਤੇ ਜਨੂਨੀ ਹੋਣਾ ਜ਼ਿਆਦਾ ਜ਼ਰੂਰੀ ਹੈਗਾ ਜਾਂ ਪੜ੍ਹਿਆ ਲਿਖਿਆ ਹੋਣਾ, ਗਿਆਨਵਾਨ ਹੋਣਾ? ਦੇਖੋ ਜਨੂਨੀ ਹੋਣ ਦੇ ਵਿੱਚ ਸਾਨੂੰ ਥੋੜ੍ਹਾ ਜਿਹਾ ਖਤਰਾ ਹੁੰਦਾ ਹੈ ਕਿ ਕਈ ਵਾਰੀ ਵੱਢ ਟੁੱਕ ਤੱਕ ਗੱਲ ਚੱਲੀ ਜਾਂਦੀ ਹੈ। ਇਹ ਪਤਾ ਨਹੀਂ ਜਨੂਨੀ ਹੋਣਾ ਹੀ ਪੈ ਜਾਏ, ਮੈਨੂੰ ਨਹੀਂ ਪਤਾ ਇਹ ਜੇ ਫਰਜ਼ ਕਰੋ ਸਰਕਾਰ ਨਾ ਟਲਦੀ ਦਿਖਾਈ ਦਿੱਤੀ, ਲੇਕਿਨ ਜਿਹੜਾ ਹਾਲ ਹੀ ਤੱਕ ਚੱਲ ਰਿਹਾ ਹੈ। ਮੈਨੂੰ ਇਹ ਲੱਗਦਾ ਵੀ ਜਿੱਦਾਂ ਹੁਣ ਤੁਸੀਂ ਹੈਗੇ ਹੋ, ਤੁਸੀਂ ਗਿਆਨਵਾਨ ਵੀ ਬਹੁਤ ਹੈਗੇ ਆ, ਹੋ ਸਕਦਾ ਸੀਗਾ ਤੁਸੀਂ ਘਰੇ ਬੈਠੇ ਰਹਿੰਦੇ, ਪਰ ਤੁਸੀਂ ਜੇ ਇੱਥੇ ਆ ਗਏ ਹੋ, ਇਹ ਕੋਈ ਲੱਗਦਾ ਮੈਨੂੰ ਕੋਈ ਜਨੂਨ ਹੀ ਸੀਗਾ ਤੁਹਾਨੂੰ ਵੀ। ਜਨੂਨ ਮਤਲਬ ਇਹ ਜਨੂਨ ਤਾਂ ਇੰਨਾ ਜਨੂਨ ਤਾਂ ਇਸ ਪੱਖ ਜਨੂਨ ਤਾਂ ਕਾਫੀ ਹੈ, ਲੇਕਿਨ ਕਿਤੇ ਵਿੱਚ ਆਪਸ ਵਿੱਚ ਹੀ ਵੱਢ ਟੁੱਕ ਸ਼ੁਰੂ ਹੋ ਜਾਏ ਨਾ, ਫਿਰ ਅਸੀਂ ਪੰਜਾਬ ਤੁਹਾਨੂੰ ਪਤਾ ਅਸੀਂ ਅੱਗੇ ਵੀ ਸਹਾਰ ਚੁੱਕੇ ਹਾਂ, ਹੁਣ ਫਿਰ ਸਹਾਰ ਲਵਾਂਗੇ। ਲੇਕਿਨ ਟਾਲਣ ਵਾਲੇ ਪੰਜਾਬੀ ਵੀ ਨਹੀਂ, ਹਰਿਆਣਵੀ ਵੀ ਨਹੀਂ, ਹਿਮਾਚਲੀ ਵੀ ਨਹੀਂ। ਇਹ ਜਿਹੜਾ ਇੱਥੇ ਦਿੱਲੀ ਤੋਂ ਉੱਪਰ ਵਾਲਾ ਪਾਸਾ ਹੈ ਉਹਨੇ ਚੋਂ ਟਾਲਣ ਵਾਲਾ ਕੋਈ ਨਹੀਂ। ਹੁਣ ਹਰਿਆਣਾ ਸਾਡੇ ਨਾਲ ਰਲ ਗਿਆ, ਇਹ ਗੱਲ ਹੈ। ਸਿੰਘ ਸਾਹਿਬ ਤੁਸੀਂ ਆਪਣੇ ਬਜ਼ੁਰਗਾਂ ਤੋਂ ਵੀ ਸੁਣਦੇ ਰਹੇ ਹੋਵੋਗੇ ਇਹ ਕਹਾਣੀ। ਮੇਰਾ ਆਖਰੀ ਸਵਾਲ ਹੈਗਾ ਬਈ ਬਜ਼ੁਰਗਾਂ 'ਚ ਜਿੱਦਾਂ ਤੁਸੀਂ ਦੱਸਿਆ 1917 ਦੀ ਤੁਸੀਂ ਗੱਲ ਦੱਸੀ ਹੈ ਕਿ ਪਗੜੀ ਸੰਭਾਲ ਜੱਟਾਂ ਦੀ ਲਹਿਰ ਚੱਲੀ ਸੀਗੀ ਇੱਕ, ਅਜੀਤ ਸਿੰਘ ਨੇ ਚਲਾਈ ਸੀ, ਭਗਤ ਸਿੰਘ ਸ਼ਹੀਦ ਦੇ ਚਾਚੇ ਨੇ। ਉਸ ਵੇਲੇ ਵੀ ਉਹ ਭਗਤ ਸਿੰਘ ਸ਼ਹੀਦ ਦੇ ਚਾਚੇ ਨੂੰ, ਭਗਤ ਸਿੰਘ ਸ਼ਹੀਦ ਨੂੰ ਆਪਣੇ ਚਾਚੇ ਤੋਂ ਇੰਸਪੀਰੇਸ਼ਨ ਮਿਲੀ ਸੀ। ਸਿੰਘ ਸਾਹਿਬ ਜਿਵੇਂ ਨਾ ਹੁਣ ਅਸੀਂ ਵੇਖਿਆ ਹੈਗਾ ਵੀ ਕਈ ਕਿਸਾਨ ਵੀਰ ਸ਼ਹੀਦ ਵੀ ਹੋ ਗਏ ਹੈ ਨਾ ਜੀ, ਤੇ ਤੁਹਾਡਾ ਮੈਂ ਹੁਣ ਵੀ ਗੱਲਾਂ ਕਰਦੇ ਤੁਹਾਡਾ ਮਨ ਭਰਿਆ ਆਇਆ ਸੀਗਾ। ਸੋ ਕੀ ਲੱਗਦਾ ਜੀ ਕਿ ਸਰਕਾਰਾਂ ਇੱਕ ਪਾਸੇ ਤਾਂ ਕਹਿੰਦੀਆਂ ਨੇ ਕਿ ਅਸੀਂ ਕਿਸਾਨਾਂ ਨੂੰ ਅੰਨ ਦੇਵਤਾ ਮੰਨਦੇ ਹਾਂ, ਤੇ ਦੂਜੇ ਪਾਸੇ ਅੰਨ ਦੇਵਤਾ ਸਾਡਾ ਸ਼ਹੀਦ ਵੀ ਹੋ ਰਿਹਾ, ਗੱਡੀ ਵੀ ਚੜੀ ਜਾ ਰਿਹਾ ਪਰਮਾਤਮਾ। ਜੋ ਪ੍ਰੈਜ਼ੈਂਟ ਸਰਕਾਰ ਕਰ ਰਹੀ ਹੈ ਨਾ, ਮੋਦੀ ਦੀ ਸਰਕਾਰ, ਮੈਂ ਕਹਿਣਾ ਚਾਹਾਂਗਾ, ਉਹ ਪਹਿਲਾਂ ਤਾਂ ਡੀਮੋਨੇਟਾਈਜੇਸ਼ਨ ਕੀਤੀ, ਲੋਕਾਂ ਨੇ ਚੁੱਪ ਕਰਕੇ ਬਰਦਾਸ਼ਤ ਕਰ ਲਈ। ਉਹ ਡੀਮੋਨੇਟਾਈਜੇਸ਼ਨ ਇਸ ਤੋਂ ਸਿਵਾ ਹੋਰ ਕੁਝ ਵੀ ਨਹੀਂ ਸੀ ਕਿ ਜਿਨ੍ਹਾਂ ਕੋਲ ਬਹੁਤ ਪੈਸਾ ਸੀ ਉਹਨਾਂ ਨੇ 4 ਦਿਨ ਪਹਿਲਾਂ ਉਹਨਾਂ ਨੂੰ ਦੱਸਤਾ ਵੀ ਆਪਣੇ ਪੈਸੇ ਨੂੰ ਤੁਸੀਂ ਕਾਲੇ ਧਨ ਨੂੰ ਚਿੱਟਾ ਕਰ ਲਓ। ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਦਾ ਚਿੱਟਾ ਧਨ ਵੀ ਕਾਲਾ ਹੋ ਗਿਆ ਹੈ। ਅੱਗੇ ਇਹ ਬਰਦਾਸ਼ਤ ਕੀਤਾ। ਕਸ਼ਮੀਰ ਵਾਲਿਆਂ ਨੇ ਜਿਹੜੇ ਵੀ 2 ਐਕਟ ਪਾਸ ਕੀਤੇ ਆ ਉਹ ਬਰਦਾਸ਼ਤ ਕਰ ਲਏ। ਉਹਨੇ ਸੋਚਿਆ ਕਿ ਇਹ ਕਿਸਾਨਾਂ ਵਾਲਾ ਵੀ ਚਲਾ ਦਈਏ ਪੱਤਾ। ਉਹ ਪਤਾ ਨਹੀਂ ਸੀ ਵੀ ਕਿਸਾਨਾਂ ਵਿੱਚ ਕੀ ਜਾਨ ਹੁੰਦੀ ਹੈ, ਚਾਹੇ ਉਹ ਹੋਵੇ ਕਿਸਾਨ ਤਾਮਿਲਨਾਡੂ ਦਾ, ਚਾਹੇ ਹੋਵੇ ਕਰਨਾਟਕਾ ਦਾ, ਚਾਹੇ ਹੋਵੇ ਹਰਿਆਣੇ ਦਾ, ਚਾਹੇ ਹੋਵੇ ਪੰਜਾਬ ਦਾ। ਕਿਸਾਨ ਕਿਉਂਕਿ ਆਪਣੇ ਹੱਥੀਂ ਕਮਾ ਕੇ ਖਾਂਦਾ ਹੈ, ਆਪਣੇ ਹੱਥੀਂ ਹਲ ਵਾਹੁੰਦਾ, ਆਪਣੇ ਹੱਥੀਂ ਸਭ ਕੁਝ ਕਰਦਾ, ਉਹ ਇੱਦਾਂ ਚੁੱਕਣ ਵਾਲਾ ਨਹੀਂ ਹੈ। ਉਹਨੇ ਜੇ ਮਰਨਾ ਹੀ ਆ ਤਾਂ ਫਿਰ ਉਸ ਮੌਤ ਮਰੂਗਾ ਜਿਹੜੀ ਕੁਰਬਾਨੀ ਵਾਲੀ ਹੋਊਗੀ। ਇੱਦਾਂ ਦੀ ਮੌਤ ਕਿਉਂ ਮਰੂਗਾ ਐਵੇਂ ਘਰ ਬੈਠਾ। ਬਹੁਤ ਸੋਹਣਾ। ਅਤੇ ਆਖਰੀ ਸਵਾਲ ਮੇਰਾ ਹੈਗਾ, ਇਸ ਸੰਘਰਸ਼ ਤੋਂ ਬਾਅਦ ਤੁਸੀਂ ਵੇਖਦੇ ਹੋ ਕਿ ਸਿਆਸਤ ਦੇ ਵਿੱਚ ਵੀ ਬਦਲਾਅ ਆਊਗਾ, ਔਰ ਜਿੱਦਾਂ ਨੌਜਵਾਨ ਜਾਗ ਪਏ ਨੇ, ਮੇਰੇ ਨਾਲ ਮੈਂ ਵੇਖ ਰਿਹਾ ਤੁਹਾਡੇ ਨਾਲ ਵੀ ਆਏ ਨੇ ਨੌਜਵਾਨ, ਸੋ ਤੁਹਾਨੂੰ ਲੱਗਦਾ ਕਿ ਜਾਗ੍ਰਿਤੀ ਜਿਹੜੀ ਨੌਜਵਾਨਾਂ ਦੇ ਵਿੱਚ ਆ ਗਈ ਹੈ, ਇਹ ਘੋਲ ਤੋਂ ਬਾਅਦ ਜਿਹੜਾ ਉਹ ਵੱਡਾ ਅਸਰ ਛੱਡ ਕੇ ਜਾਵੇਗੀ? ਇਹ ਘੋਲ ਫਰਜ਼ ਕਰੋ ਐਨੀਵੇ ਨਾ ਕਾਮਯਾਬ ਰਹਿ ਗਿਆ ਜਾਂ ਕਾਮ ਰਹਿ ਗਿਆ, ਇਹਦਾ ਜਿਹੜੇ ਫੁੱਟਪ੍ਰਿੰਟਸ ਨੇ ਇਹ ਅਜੇ 20-50 ਸਾਲ ਚੱਲਣਗੇ। ਹੁਣ ਨੌਜਵਾਨ ਜਾਗ ਪਏ ਨੇ ਨਾਲ, ਕਿਉਂਕਿ ਅਸੀਂ ਤਾਂ ਜਾ ਰਹੇ ਹਾਂ, ਸਾਡੀ ਤਾਂ ਵਾਰੀ ਆਈ ਹੋਈ ਹੈ, ਲੇਕਿਨ ਨੌਜਵਾਨਾਂ ਨੇ ਜਿੱਦਾਂ ਲੜੀ ਫੜੀ ਹੈ ਨਾ, ਜਿੱਦਾਂ ਇੱਥੇ ਦੇਖਣ 'ਚ ਆਇਆ, ਜਿੱਦਾਂ ਉਹ ਰਸਤਾ ਦਿਖਾ ਰਹੇ ਨੇ, ਜਿੱਦਾਂ ਵੀਰਾਂ ਭਾਈਆਂ ਨੂੰ ਇੱਧਰ ਉੱਧਰ ਕਰ ਰਹੇ ਨੇ, ਉਹ ਇੱਦਾਂ ਕਦੀ ਵੀ ਮੈਂ ਨੌਜਵਾਨ ਫੀਲਡ ਵਿੱਚ ਕੰਮ ਆ ਕੇ ਨਹੀਂ ਕਰਦੇ। ਕਈ ਵਾਰੀ ਗੁਰਦੁਆਰਿਆਂ 'ਚ ਕਰਦੇ ਆ,
ਪਰ ਉਹ ਇਹਦਾ ਕੋਈ ਮੁਕਾਬਲਾ ਨਹੀਂ ਜਿਹੜਾ ਇੱਥੇ ਹੋ ਰਿਹਾ। ਕੋਈ ਮੁਕਾਬਲਾ ਨਹੀਂ। ਤੇ ਮੈਂ ਵੀ ਜ਼ਿਹਨ 'ਚ ਹੁਣੇ ਆ ਰਿਹਾ ਸੀਗਾ, ਦੇਖੋ ਤੁਸੀਂ ਕਈ ਕਿਲੋਮੀਟਰ ਤੋਂ ਤੁਸੀਂ ਵੀ ਆਏ ਹੋਵੋਗੇ ਤੇ ਵਿੱਚ ਕੋਈ ਪੁਲਿਸ ਵਾਲਾ ਨਹੀਂ ਹੈਗਾ, ਔਰ ਇੰਨੀ ਵਿਉਂਤਬੰਦੀ ਦੇ ਨਾਲ ਤਾਂ ਮੈਂ ਕਹਿੰਦਾ ਕੋਈ ਅਸੀਂ ਧਾਰਮਿਕ ਸਮਾਗਮ ਵੀ ਨਹੀਂ ਹੁੰਦਾ। ਮੈਂ ਇਹੀ ਤਾਂ ਮੈਂ ਦੇਖ ਰਿਹਾ ਸੀ, ਮੈਂ ਕਿਹਾ ਟ੍ਰੈਫਿਕ ਪੁਲਿਸ ਵੀ ਆਪੇ ਬਣੇ ਹੋਏ ਨੇ, ਲੰਗਰ ਵੀ ਆਪੇ ਲਾ ਰਹੇ ਨੇ ਤੇ ਪ੍ਰਸ਼ਾਦੇ ਵੀ ਵਰਤਾ ਰਹੇ ਨੇ, ਜਲੇਬੀਆਂ ਦੇ ਰਹੇ ਨੇ, ਫਲ ਫਰੂਟ ਦੇ ਰਹੇ ਨੇ। ਉਹਨਾਂ ਜੇ ਭੀੜ ਹੈ ਤਾਂ ਸੇਵਾ ਕਰਨ ਵਾਲਿਆਂ ਦੀ ਭੀੜ ਹੈ, ਕੋਈ ਹੋਰਨਾਂ ਦੀ ਨਹੀਂ। ਸੋ ਪਰਿਵਾਰ ਦੇ ਨਾਲ ਵੀ ਗੱਲ ਕਰ ਲੈਂਦੇ ਥੋੜੀ ਜੀ। ਗੁਲਜ਼ਾਰ ਸਾਹਿਬ ਪੂਰੇ ਪਰਿਵਾਰ ਦੇ ਨਾਲ ਆਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਸੀਂ ਵੀ ਨਾਲ ਆਏ ਹੈਗੇ ਹੋ ਤੇ ਉਮਰ ਵੈਸੇ ਬਜ਼ੁਰਗੀ ਦੀ ਹੋ ਗਈ ਹੈ ਤੇ ਕੀ ਕਰਿਆ ਵੀ ਦਿਲ ਇੰਨੇ ਜਜ਼ਬਾਤ ਇੰਨੇ ਹਾਵੀ ਹੋ ਗਏ, ਸਰੀਰ ਨੂੰ ਖਿੱਚ ਲਿਆਏ ਜਜ਼ਬਾਤ? ਨਹੀਂ ਦੇਖੋ, ਜੋ ਕੁਛ ਅਖਬਾਰਾਂ 'ਚ ਪੜ੍ਹੀਦਾ ਸੀ ਨਾ, ਰੋਜ਼ ਪੜ੍ਹਦੇ ਅੱਜ ਕੱਲ੍ਹ ਤੇ ਅਖਬਾਰਾਂ ਇੱਥੋਂ ਦੀਆਂ ਤਸਵੀਰਾਂ ਨਾਲ ਇੱਥੋਂ ਦੀਆਂ ਸਟੇਟਮੈਂਟਸ ਬਾਰੇ ਭਰੀਆਂ ਹੁੰਦੀਆਂ ਨੇ, ਤੇ ਉਹ ਆਉਂਦਾ ਕਿ ਬਈ ਦੇਖੋ ਰਿਐਲਿਟੀ ਨੂੰ ਜਾ ਕੇ ਦੇਖਣ ਵਿੱਚ ਤੇ ਉਹਦੇ ਬਾਰੇ ਪੜ੍ਹਨ ਵਿੱਚ ਬੜਾ ਡਿਫਰੈਂਸ ਹੈ। ਤੁਸੀਂ ਐਕਸਪੀਰੀਅੰਸ ਕਰਨ ਆਏ ਹੋ? ਉਹਦਾ ਐਕਸਪੀਰੀਅੰਸ ਕਰਨ ਆਏ ਹੈਗੇ ਆ। ਔਰ ਫਿਰ ਇਸ ਚੀਜ਼ ਦੀ ਜਿਹੜੀ ਮੈਨੂੰ ਬਹੁਤ ਖੁਸ਼ੀ ਹੈਗੀ ਹੈ ਦੋ ਗੱਲਾਂ ਦੀ। ਇੱਕ ਤੇ ਆ ਜਿਹੜਾ ਤੁਸੀਂ ਵੀ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਅਮਨ ਚੈਨ ਹੈ, ਆਰਗੇਨਾਈਜੇਸ਼ਨਲ ਕਪੈਸਿਟੀ ਨੂੰ ਹੈਡਸ ਆਫ ਹੈ ਕਿ ਜਿਹੜੀ ਆਗੂਆਂ ਨੇ ਆਰਗੇਨਾਈਜੇਸ਼ਨਲ ਕਪੈਸਿਟੀ ਦਿਖਾਈ ਹੈ ਕਿ ਇੰਨੇ ਸ਼ਾਰਟ ਪੀਰੀਅਡ ਦੇ ਵਿੱਚ 2 ਮਹੀਨਿਆਂ ਦੇ ਅੰਦਰ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਇਕਜੁੱਟ ਕਰ ਲਿਆ, ਇੱਕ ਬੜੀ ਵੱਡੀ ਗੱਲ ਹੈ। ਦੂਜੀ ਜਿਹੜਾ ਐਕਸਪੋਜ਼ਰ ਜਿਸ ਤਰ੍ਹਾਂ ਇਹ ਕਹਿ ਰਹੇ ਸੀ ਨੌਜਵਾਨਾਂ ਨੂੰ ਹੈ, ਦੇਖੇ ਸੇਵਾ ਕਰ ਰਹੇ, ਹੁਣੇ ਇੱਥੇ ਉਹ ਸੜਕ ਤੋਂ ਕਚਰਾ ਚੁੱਕ ਰਹੇ ਸੀਗੇ ਨੌਜਵਾਨ, ਝਾੜੂ ਦੇ ਰਹੇ ਨੌਜਵਾਨ, ਇਹ ਆਪਣੇ ਘਰਾਂ 'ਚ ਨਹੀਂ ਕਰਦੇ। ਸੋ ਇਹ ਜਿਹੜਾ ਐਕਸਪੋਜ਼ਰ ਨੌਜਵਾਨਾਂ ਨੂੰ ਹੋਇਆ ਨਾ ਸੇਵਾ ਦਾ, ਤੇ ਐਕਸਪੋਜ਼ਰ ਦੁਨੀਆ ਦਾ, ਆਪਣੇ ਘਰ ਤੋਂ ਬਾਹਰ ਦੇ ਆਂਦਾ, ਇਹਦਾ ਬੜਾ ਅਸਰ ਰਹਿਣਾ ਹੈਗਾ। ਔਰ ਬੜੀ ਵੱਡੀ ਚੰਗੀ ਗੱਲ ਹੋਈ ਹੈ ਕਿ ਸਾਡੇ ਯੂਥ ਨੂੰ ਆਪਣੀ ਰਿਐਲਿਟੀ, ਆਪਣੀ ਸਭਿਅਤਾ ਦਾ, ਆਪਣੀ ਕਲਚਰ ਦਾ, ਆਪਣੇ ਬਿਹੇਵੀਅਰ ਦਾ ਪਤਾ ਲੱਗਾ ਜੀ। ਆਖਰੀ ਸਵਾਲ ਹੈ ਜੀ। ਇਕੱਲਾ ਹੀ ਨਹੀਂ ਆਇਆ ਹੋਇਆ, ਮੇਰੇ ਹਾਣੀ ਬਜ਼ੁਰਗ ਵੀ ਆਏ ਹੋਏ ਨੇ, ਇਹ ਵੀ ਨਾਲ ਆਏ ਹੋਏ ਨੇ। ਦੇਖੋ ਇਹ ਪੈਦਲ ਤੁਰ ਕੇ ਆਏ ਨੇ ਜਾਂ ਕਿੱਦਾਂ ਆਏ ਮੈਨੂੰ ਨਹੀਂ ਪਤਾ, ਅਸੀਂ ਤਾਂ ਕਾਰਾਂ 'ਚ ਬੈਠ ਕੇ ਆ ਗਏ। ਨਿਊ ਚੰਡੀਗੜ੍ਹ ਤੋਂ ਆਏ। ਕਿੰਨੀ ਖੂਬਸੂਰਤ ਗੱਲ ਗੁਲਜ਼ਾਰ ਸਾਹਿਬ ਨੇ ਕੀਤੀ ਹੈ ਕਿ ਮੇਰੇ ਹਾਣੀ ਆਏ ਨੇ, ਹਾਲਾਂਕਿ ਵੈਸੇ ਪਹਿਲਾਂ ਜਾਣਦੇ ਪਛਾਣਦੇ ਨਹੀਂ, ਪਰ ਇੱਕ ਰਿਸ਼ਤਾ ਬਣ ਗਿਆ। ਰਿਸ਼ਤਾ ਬਣ ਗਿਆ। ਬਹੁਤ ਚੰਗਾ ਲੱਗਦਾ ਜਦ ਬਜ਼ੁਰਗਾਂ ਨੂੰ ਦੇਖੀਦਾ ਨਾ, ਆਪਣੀ ਉਮਰ ਦਿਆਂ ਨੂੰ, ਬਹੁਤ ਅੱਛਾ ਲੱਗਦਾ। ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋ ਜਾਂਦੀਆਂ ਨੇ। ਹੁਣ ਇੰਨੀ ਮਸਰੂਫ ਜ਼ਿੰਦਗੀ ਹੋ ਗਈ ਹੈ, ਕਦੇ ਕਿਸੇ ਨੂੰ ਮਿਲਦੇ ਨਹੀਂ, ਪਰ ਇੱਥੇ ਆ ਕੇ ਇੱਕ ਇਹੋ ਜਿਹਾ ਮਾਹੌਲ ਬਣ ਗਿਆ। ਇੰਨੇ ਦਿਨ ਤਾਂ ਮੈਂ ਕਹਿੰਦਾ ਜੀ ਕਿਸੇ ਵਿਆਹ 'ਚ ਵੀ ਨਹੀਂ ਕੋਈ ਬੰਦਾ ਟਿਕਦਾ ਹੈਗਾ, ਇੰਨੀ ਰਿਸ਼ਤੇਦਾਰੀਆਂ 'ਚ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ ਜੀ, ਜਿੱਦਾਂ ਮੈਂ ਗੱਲ ਕੀਤੀ ਆ ਵੀ ਇੰਨੇ ਦੇਰ ਇੰਨਾ ਤਾਂ ਮਤਲਬ ਕਿ ਆਨੰਦ ਜਿਹੜਾ ਇੱਥੇ ਬਣਿਆ ਹੋਇਆ, ਇੱਕ ਪਾਸੇ ਧਾਰਮਿਕ ਮਾਹੌਲ ਵੀ ਬਣਿਆ ਹੋਇਆ ਔਰ ਇੱਕ ਰਿਸ਼ਤੇਦਾਰੀ ਵੀ ਬਣ ਗਈ ਹੈ, ਚਾਹੇ ਕਿਸੇ ਨੂੰ ਜਾਣਦੇ ਸੀ ਚਾਹੇ ਨਹੀਂ ਪਛਾਣਦੇ ਸੀ, ਇੱਕ ਪ੍ਰੇਮ ਬਣ ਗਿਆ ਔਰ ਕੋਈ ਇਹੋ ਜਿਹੀ ਘਟਨਾ ਨਹੀਂ ਹੋਈ, ਕਿਸੇ ਦੀ ਚੋਰੀ ਨਹੀਂ ਹੋਈ, ਕਿਤੇ ਕੁਝ ਨਹੀਂ ਹੋਇਆ। ਕੀ ਲੱਗਦਾ ਤੁਹਾਨੂੰ? ਬਹੁਤ ਅੱਛਾ ਲੱਗਦਾ ਜੀ। ਪਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਬੜੀ ਪ੍ਰੇਰਨਾ ਮਿਲੀ ਹੈ, ਤਾਂ ਕਿ ਜਦੋਂ ਹੁਣ ਤਾਂ ਸੋਸ਼ਲ ਮੀਡੀਆ ਵੀ ਬਹੁਤ ਐਕਟਿਵ ਹੈ, ਸਹੂਲਤ ਵੀ ਬਹੁਤ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅਨੰਦਪੁਰ ਸਾਹਿਬ ਤੋਂ ਆਏ, ਉੱਥੇ ਆਪਣਾ ਚਾਲੇ ਪਏ, ਚਮਕੌਰ ਸਾਹਿਬ ਆਏ ਤੇ ਫਤਿਹਗੜ੍ਹ ਸਾਹਿਬ ਆਏ ਤੇ ਫਿਰ ਅੱਗੇ ਰਾਏਕੋਟ, ਉਹਨਾਂ ਅੱਗੇ ਦੱਖਣ 'ਚ ਗਏ ਤੇ ਬਹੁਤ ਮੁਸ਼ਕਲ ਟਾਈਮ ਦੇਖਿਆ। ਇਹ ਉਹੀ ਦਿਨ ਚੱਲ ਰਹੇ ਨੇ, ਇਹ ਉਹੀ ਦਿਨ ਚੱਲ ਰਹੇ। ਬੜੀ ਖੂਬਸੂਰਤ ਤੁਸੀਂ ਯਾਦ ਬਾਈ ਜੀ। ਮੇਰਾ ਬੜਾ ਭਤੀਜਾ ਜੀ, ਇਹ ਲੈ ਕੇ ਆਇਆ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਤੇ ਤੁਸੀਂ ਸੰਧੂ ਸਾਹਿਬ ਦੱਸ ਰਹੇ ਨੇ ਵੀ ਤੁਸੀਂ ਲੈ ਕੇ ਆਏ ਹੋ ਤੇ ਗਲ ਦੇ ਵਿੱਚ ਤੁਸੀਂ ਪਰਨਾ ਵੀ ਪਾਇਆ ਹੋਇਆ। ਜੀ 8 ਸਾਲ ਪਹਿਲਾਂ ਇੰਗਲੈਂਡ ਤੋਂ ਵਾਪਸ ਆਇਆ ਸੀ। 8 ਸਾਲ ਹੋ ਗਏ ਖੇਤੀ ਕਰਦਾ। ਮੋਦੀ ਸਾਹਿਬ ਨੈਸ਼ਨਲ ਸਪਿਰਿਟ ਦੀ ਗੱਲ ਕਰਦੇ ਆ। 1955 'ਚ ਮੇਰੇ ਪਿਤਾ ਜੀ ਗਏ ਸੀ, ਛੱਡ ਕੇ ਖੇਤੀ ਕਰ ਰਹੇ ਆ। ਜ਼ਮੀਨ ਪਿੱਛੇ ਤਾਂ ਜੱਟ ਉੱਥੋਂ ਇੱਥੇ ਆ ਗਿਆ। ਆ ਦਿੱਲੀ ਦਾ ਕੁਝ ਵੀ ਨਹੀਂ ਹੈ ਸਾਡੇ ਲਈ। ਕੀ ਮੈਂ ਕਹਾਂ, ਮੇਰੇ ਕੋਲ ਸ਼ਬਦ ਨਹੀਂ ਨੇ ਦੋਸਤੋ। ਬਾਈ ਜੀ ਹੋਰੀ ਕਹਿੰਦੇ ਆ ਵੀ ਇੰਗਲੈਂਡ ਤੋਂ ਇੱਥੇ ਆ ਗਏ ਤੇ ਖੇਤੀ। ਬਾਈ ਜੀ ਆਖਰੀ ਸਵਾਲ ਹੈਗਾ ਕਿ ਲੋਕੀ ਕਹਿਣ ਲੱਗੇ ਸੀ ਵੀ ਖੇਤੀ ਦੇ ਵਿੱਚ ਕੁਝ ਰੱਖਿਆ ਨਹੀਂ ਹੈਗਾ, ਮੈਨੂੰ ਐਂ ਦੱਸੋ ਵੀ ਤੁਹਾਨੂੰ ਲੱਗਦਾ ਵੀ ਖੇਤੀ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ? ਆ ਦੇਖੋ ਖੇਤੀ ਹੈ। ਹਿੰਦੁਸਤਾਨ ਦੀ ਡੈਫੀਨੇਸ਼ਨ ਕੀ ਹੈ? ਯੂਨਿਟੀ ਇਨ ਡਾਇਵਰਸਿਟੀ। ਦਿਸ ਇਜ਼ ਆਲ ਖੇਤੀ। ਬਿਲਕੁਲ ਦਿਸ ਇਜ਼ ਆਲ ਖੇਤੀ। ਉਹ ਕਹਿੰਦੇ ਅੰਗਰੇਜ਼ੀ ਕਿਸਾਨ ਨਹੀਂ ਬੋਲ ਸਕਦੇ, ਇੰਗਲੈਂਡ ਤੋਂ ਕਿਸਾਨੀ ਕਰਨ ਆਏ ਹਾਂ ਅਸੀਂ। ਇੱਕ ਵਾਰੀ ਬੋਲ ਕੇ ਦੱਸ ਦਿਓ ਫਿਰ ਮਾੜਾ ਜਿਹਾ ਇਹ ਦੱਸ ਦਿਓ ਵੀ ਜੋ ਤੁਸੀਂ ਅਸੀਂ ਤੁਹਾਨੂੰ। Sir, Chotu Ram said, if an average person does a protest, he breaks the law of the country. But if the farmer protests, he not only breaks the law of the country, he breaks the backbone of the country too. And this is what we've done today. ਸੋ ਕਿਹਾ ਵੀ ਕਿਸਾਨੀ ਜੇ ਸੰਘਰਸ਼ ਕਰਦੀ ਹੈ ਤਾਂ ਉਹ ਰੀੜ੍ਹ ਦੀ ਹੱਡੀ ਜਿਹੜੀ ਹੁੰਦੀ ਹੈ ਉਹ ਤੋੜ ਸਕਦੀ ਹੈ। ਹੁਣ ਖਿਆਲ ਕਰ ਲੈਣ ਸਰਕਾਰਾਂ ਕਿ ਜੇ ਬਜ਼ੁਰਗ, ਜੇ ਮਾਤਾਵਾਂ, ਜੇ ਬੱਚੇ ਇੱਥੇ ਇਸ ਘੋਲ ਦੇ ਵਿੱਚ ਪਹੁੰਚ ਗਏ ਨੇ ਤਾਂ
ਸਿਰਫ ਉਹਨਾਂ ਦਾ ਵਰਤਮਾਨ ਹੀ ਨਹੀਂ ਖਤਰੇ ਦੇ ਵਿੱਚ, ਉਹਨਾਂ ਦਾ ਫਿਊਚਰ ਵੀ ਖਤਰੇ ਦੇ ਵਿੱਚ ਹੈਗਾ। ਸੋ ਆਪਣਾ ਹੁਣ ਅੰਜਾਮ ਜਿਹੜੀਆਂ ਨੇ ਉਹ ਸਰਕਾਰਾਂ ਵੀ ਸੋਚ ਲੈਣ ਕਿ ਕੀ ਹੋ ਸਕਦਾ ਜੇ ਇਹ ਬਿੱਲ ਜਿਹੜੇ ਆ ਉਹ ਸਰਕਾਰਾਂ ਵਾਪਸ ਨਹੀਂ ਲੈਂਦੀਆਂ। ਉਮੀਦ ਹੈ ਕਿ ਮੁਲਾਕਾਤ ਜਿਹੜੀ ਮੈਂ ਕੀਤੀ ਹੈ, ਮੈਨੂੰ ਬਹੁਤ ਦਿਲ ਤੋਂ ਬੜੀ ਹਮਦਰਦੀ ਔਰ ਗੁਲਜ਼ਾਰ ਸਾਹਿਬ ਦੇ ਨਾਲ ਬੜਾ ਪਿਆਰ ਹੈਗਾ। ਅਕਸਰ ਇਹਨਾਂ ਨੂੰ ਅਖਬਾਰਾਂ ਦੇ ਵਿੱਚ ਸੁਣਦੇ ਰਹਿੰਦੇ ਆ, ਪੜ੍ਹਦੇ ਰਹਿੰਦੇ ਆ ਔਰ ਬੜਾ ਦਿਲ ਤੋਂ ਧੰਨਵਾਦ ਹੈ ਗੁਲਜ਼ਾਰ ਸਾਹਿਬ ਦਾ। ਧੰਨਵਾਦ ਸਰ। ਘਰ ਆਓ ਬੇਟਾ। ਬਿਲਕੁਲ ਘਰ ਆਵਾਂਗੇ ਜੀ, ਫਿਰ ਮੁਲਾਕਾਤ ਇਤਮੀਨਾਨ ਨਾਲ ਗੁਲਜ਼ਾਰ ਸਾਹਿਬ ਦੇ ਨਾਲ ਕਰਾਂਗੇ ਜੀ। ਵੇਖਦੇ ਰਹੋ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਧੰਨਵਾਦ। ਥੈਂਕ ਯੂ ਜੀ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।